Hello students, today our topic is time stamp based concurrency control जो कि ਆਪਾਂ ਟੌਪਿਕ ਪਹਿਲਾਂ ਸਟੱਡੀ ਕੀਤਾ ਸੀ concurrency control। concurrency ਕੀ ਹੁੰਦੀ ਕਿ ਇੱਕ ਟਾਈਮ ਦੇ ਉੱਪਰ ਬਹੁਤ ਸਾਰੀਆਂ ਇਕੱਠੀਆਂ ਪੈਰਲਲੀ ਟ੍ਰਾਂਜੈਕਸ਼ਨਸ ਐਗਜ਼ੀਕਿਊਟ ਹੁੰਦੀਆਂ ਤਾਂ ਉਹਨੂੰ concurrency ਬੋਲਦੇ ਆ। ਬਟ ਉਹਦੇ ਵਿੱਚ ਕੀ ਇੰਟਰਮੀਡੀਏਟ ਮਤਲਬ ਇੰਟਰਫੇਅਰ ਕਰਦੀਆਂ ਨੇ ਉਹ ਆਪਸ ਦੇ ਵਿੱਚ। ਤਾਂ ਕਈ ਵਾਰੀ ਕੀ ਹੁੰਦੀ ਹੈ ਜੇ ਜੋ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਉਹ ਸਹੀ ਤਰੀਕੇ ਨਾਲ ਐਗਜ਼ੀਕਿਊਟ ਨਹੀਂ ਹੋ ਪਾਉਂਦੀਆਂ ਹੈਗੀਆਂ ਕਿਉਂਕਿ ਇੱਕ ਦੂਸਰੇ ਦੀ ਇੰਟਰਫੇਰੈਂਸ ਹੁੰਦੀ ਹੈ। ਤਾਂ ਇੱਦਾਂ ਤੇ ਇਸ ਮਤਲਬ ਇਸ ਇੰਟਰਫੇਰੈਂਸ ਨੂੰ ਕੰਟਰੋਲ ਕਰਨ ਵਾਸਤੇ ਕਿਹੜੇ ਪ੍ਰੋਟੋਕੋਲਸ ਜਾਂ ਕਿਹੜੀਆਂ ਅਸੀਂ ਟੈਕਨੀਕਸ ਯੂਜ਼ ਕਰਦੇ ਹਾਂ ਉਹ ਇਸ ਤੋਂ ਪਹਿਲਾਂ ਆਪਾਂ ਕਰ ਚੁੱਕੇ ਹਾਂ। ਜਿਵੇਂ ਕਿ ਲੌਕ ਪੇਸਟ ਪ੍ਰੋਟੋਕੋਲ ਆਪਾਂ ਕਰ ਚੁੱਕੇ ਹਾਂ ਜਾਂ ਫਿਰ 2 ਫੇਸ ਲੌਕਿੰਗ ਸਿਸਟਮ ਵੀ ਆਪਾਂ ਪ੍ਰੋਟੋਕੋਲ ਕੀਤਾ। ਨੈਕਸਟ ਜੋ ਆਪਣਾ ਰਹਿੰਦੇ ਸੀਗੇ ਟੌਪਿਕਸ ਟਾਈਮ ਸਟੈਂਪ ਬੇਸ ਪ੍ਰੋਟੋਕੋਲ, ਇਹ ਆਪਾਂ ਡਿਸਕਸ ਕਰਾਂਗੇ ਅੱਜ। ਤੇ ਸਭ ਤੋਂ ਪਹਿਲਾਂ ਜੀ ਟਾਈਮ ਸਟੈਂਪ ਬੇਸਡ concurrency ਕੰਟਰੋਲ ਹੁੰਦਾ ਕੀ ਆ। concurrency ਕੰਟਰੋਲ ਕੈਨ ਬੀ ਇੰਪਲੀਮੈਂਟਡ ਇਨ ਡਿਫਰੈਂਟ ਵੇਜ਼। ਬਹੁਤ ਸਾਰੇ ਤਰੀਕੇ ਹੈਗੇ concurrency ਕੰਟਰੋਲ ਕਰਨ ਦੇ ਲਈ। ਵਨ ਵੇ ਟੂ ਇੰਪਲੀਮੈਂਟ ਇਟ ਯੂਜ਼ਿੰਗ ਬਾਈ ਲੌਕਸ। ਆਪਾਂ ਜਿਹੜਾ ਕੀਤੀ ਆ ਲੌਕਸ ਵਾਲੀ ਮੀਨ ਲੌਕ ਬੇਸ ਪ੍ਰੋਟੋਕੋਲ ਕੀਤਾ ਸੀ ਜਾਂ 2 ਫੇਸ ਲੌਕਿੰਗ ਪ੍ਰੋਟੋਕੋਲ ਕੀਤਾ ਸੀ। ਤਾਂ ਦੋਜ਼ ਆਰ ਦ ਟਾਈਪਸ ਆਫ ਦ ਲੌਕਸ। ਐਂਡ ਨਾਓ ਲੈਟ ਡਿਸਕਸ ਅਬਾਊਟ ਟਾਈਮ ਸਟੈਂਪ ਪ੍ਰੋਟੋਕੋਲ ordering protocol. As earlier introduced, timestamp is a unique identifier created by the DBMS identifying a transactions. time ਇੱਕ ਟਾਈਮ ਸਟੈਂਪ ਕੀ ਹੁੰਦਾ, ਇੱਕ ਤਰ੍ਹਾਂ ਨਾਲ ਕੋਈ ਵੇਰੀਏਬਲ ਹੁੰਦਾ, ਟਾਈਮ ਵੇਰੀਏਬਲ ਹੁੰਦਾ ਗਾ ਜਿਹੜਾ ਕਿ ਇੱਕ ਯੂਨੀਕ ਆਈਡੈਂਟੀਫਾਇਰ ਦੀ ਤਰ੍ਹਾਂ ਕੰਮ ਕਰਦਾ ਹੈ। ਕਿਹਦੇ ਵਾਸਤੇ? ਉਸ ਟ੍ਰਾਂਜੈਕਸ਼ਨ ਦੀ ਆਈਡੈਂਟੀਟੀ ਵਾਸਤੇ ਇੱਕ ਯੂਨੀਕ ਆਈਡੈਂਟੀਫਾਇਰ ਦਾ ਕੰਮ ਕਰਦਾ, ਡੈਟ ਇਜ਼ ਟਾਈਮ ਸਟੈਂਪ। They are usually assigned in the order in which they are submitted to the systems. ਅਸਲ ਦੇ ਵਿੱਚ ਉਹਨਾਂ ਨੂੰ ਇੱਕ ਆਰਡਰ ਦੇ ਵਿੱਚ ਹੀ ਅਸਾਈਨ ਕੀਤਾ ਜਾਂਦਾ ਜਿਸ ਆਰਡਰ ਦੇ ਵਿੱਚ ਟ੍ਰਾਂਜੈਕਸ਼ਨ ਸਬਮਿਟ ਹੁੰਦੀਆਂ ਨੇ ਸਿਸਟਮ ਨੂੰ, ਉਸੇ ਆਰਡਰ ਦੇ ਵਿੱਚ ਟਾਈਮ ਸਟੈਂਪ ਵੀ ਉਹਨਾਂ ਨੂੰ ਅਸਾਈਨ ਕੀਤੇ ਜਾਂਦੇ ਆ। ਰੈਫਰ ਟੂ ਦਾ ਟਾਈਮ ਸਟੈਂਪ ਆਫ ਏ ਟ੍ਰਾਂਜੈਕਸ਼ਨ TS। ਜਿਹੜੇ ਤੁਸੀਂ ਕਿਸੇ ਵੀ ਟ੍ਰਾਂਜੈਕਸ਼ਨ ਨੂੰ ਟਾਈਮ ਸਟੈਂਪ ਦਿੰਦੇ ਹੋ ਉਹਨੂੰ ਕਿੱਦਾਂ ਕਿਵੇਂ ਲਿਖਿਆ ਜਾਂਦਾ, ਜਿਵੇਂ TS ਮੀਨਸ ਟਾਈਮ ਸਟੈਂਪ, T ਮੀਨਸ ਉਹ ਜੋ ਵੀ ਟ੍ਰਾਂਜੈਕਸ਼ਨ ਹੋਏਗੀ, ਡੈਟ ਇਜ਼ transaction. For basic timestamp you may refer timestamp protocols ਕੀ ਹੁੰਦੇ ਆ। timestamp ordering protocol ਕੀ ਹੁੰਦਾ। The main for this protocol is to order the transaction based on their timestamps. ਜਿਹੜੇ ਸਟੈਂਪ ਆਰਡਰਿੰਗ ਪ੍ਰੋਟੋਕੋਲ ਵਿੱਚ ਅਸਲ ਕੰਮ ਕੀ ਹੈ ਕਿ ਟ੍ਰਾਂਜੈਕਸ਼ਨਸ ਦੀ ਆਰਡਰਿੰਗ ਕਰਨਾ, ਕਿਸੇ ਇੱਕ ਪਰਟੀਕੂਲਰ ਆਰਡਰ ਦੇ ਵਿੱਚ ਉਹਨਾਂ ਨੂੰ ਅਰੇਂਜ ਕਰਨਾ। ਬਟ ਕਿਹਦੇ ਅਕੋਰਡਿੰਗ? ਉਸ ਟਾਈਮ ਸਟੈਂਪ ਦੇ ਅਕੋਰਡਿੰਗ ਜੋ ਉਹਨਾਂ ਨੂੰ ਟਾਈਮ ਮਿਲਦਾ, ਜਿਸ ਟਾਈਮ ਦੇ ਉੱਪਰ ਉਹ ਟ੍ਰਾਂਜੈਕਸ਼ਨਸ ਸਬਮਿਟ ਹੁੰਦੀਆਂ ਨੇ ਸਿਸਟਮ ਦੇ ਵਿੱਚ, ਉਸੇ ਟਾਈਮ ਦੇ ਅਕੋਰਡਿੰਗ ਉਹਨਾਂ ਨੇ ਕੋਈ ਟਾਈਮ ਸਟੈਂਪ ਕੁਛ ਵੀ ਕੋਈ ਵੇਰੀਏਬਲ ਹੋ ਸਕਦਾ ਉਹ ਉਹਨਾਂ ਨੂੰ ਅਸਾਈਨ ਕਰ ਦਿੱਤਾ ਜਾਂਦਾ। ਸਕੈਜੂਅਲ ਇਨ ਵਿਚ ਦਾ ਟ੍ਰਾਂਜੈਕਸ਼ਨ ਪਾਰਟੀਸਪੇਟ ਇਨ ਦੈਨ ਸੀਰੀਅਲਾਈਜ਼ੇਬਲ। ਜਿਹੜਾ ਸਕੈਜੂਅਲ ਹੁੰਦਾ ਜਿਹਦੇ ਵਿੱਚ ਅਸੀਂ ਟ੍ਰਾਂਜੈਕਸ਼ਨਸ ਪਾਰਟੀਸਪੇਟ ਕਰਦੇ, ਜਦੋਂ ਟਾਈਮ ਅਸੀਂ ਟਾਈਮ ਸਟੈਂਪ ਉਹਨਾਂ ਨੂੰ ਐਲੋਕੇਟ ਕਰਵਾ ਦਿੰਦੇ ਹਾਂ ਦੈਨ ਉਹ ਕੀ ਬਣ ਜਾਂਦੀਆਂ ਨੇ, ਸੀਰੀਅਲਾਈਜ਼ੇਬਲ ਬਣ ਜਾਂਦੀਆਂ ਨੇ। ਐਂਡ ਦਾ ਓਨਲੀ ਇਕੁਇਵਲੈਂਟ ਸੀਰੀਅਲ ਸ਼ਡਿਊਲ ਪਰਮਿਟਡ ਹੈਜ਼ ਟ੍ਰਾਂਜੈਕਸ਼ਨਸ ਇਨ ਆਰਡਰ ਆਫ ਦੇਅਰ ਟਾਈਮ ਸਟੈਂਪ ਵੈਲਿਊਜ਼। ਅਤੇ ਕੋਈ ਵੀ ਜੋ ਸੀਰੀਅਲ ਸਕੈਜੂਲ ਹੈਗਾ ਉਹੀ ਟ੍ਰਾਂਜੈਕਸ਼ਨਸ ਨੂੰ ਇੱਕ ਉਹਨਾਂ ਦੀ ਹੈਲਪ ਨਾਲ ਅਸੀਂ ਟ੍ਰਾਂਜੈਕਸ਼ਨਸ ਨੂੰ ਇੱਕ ਪਰਟੀਕੂਲਰ ਆਰਡਰ ਦੇ ਵਿੱਚ ਹੀ ਕਰਦੇ ਹਾਂ, ਅਰੇਂਜ ਕਰਦੇ ਹਾਂ। ਸਟਾਰਟਿੰਗ ਸਿੰਪਲੀ ਦਾ ਸਕੈਜੂਅਲ ਇਜ਼ ਇਕੁਇਵਲੈਂਟ ਟੂ ਪਰਟੀਕੂਲਰ ਸੀਰੀਅਲ ਆਰਡਰ ਕੋਰਸਪੋਂਡਿੰਗ ਟੂ ਦਾ ਆਰਡਰ ਆਫ ਟ੍ਰਾਂਜੈਕਸ਼ਨ ਟਾਈਮ ਸਟੈਂਪ। ਤਾਂ ਜਿਹੜਾ ਹੁਣ ਇਹ ਸਕੈਜੂਅਲ ਯੂਜ਼ ਕਰਦੇ ਆ ਮੀਨਸ ਜਿਹੜੇ ਸ਼ਡਿਊਲ ਯੂਜ਼ ਕਰਦੇ, ਸਿੰਪਲ ਸ਼ਡਿਊਲ ਦਾ ਕੰਮ ਕੀ ਹੈ ਕਿ ਸੀਰੀਅਲ ਆਰਡਰ ਦੇ ਵਿੱਚ ਟ੍ਰਾਂਜੈਕਸ਼ਨਸ ਨੂੰ ਅਰੇਂਜ ਕਰਨਾ, ਬਟ ਕਿਹਦੀ ਹੈਲਪ ਨਾਲ? ਟ੍ਰਾਂਜੈਕਸ਼ਨ ਟਾਈਮ ਸਟੈਂਪਸ ਦੀ ਹੈਲਪ ਨਾਲ। ਐਲਗੋਰਿਥਮ ਮਸਟ ਇਨਸ਼ੋਰ ਡੈਟ ਫॉर ਈਚ ਆਈਟਮ ਐਕਸੈਸਡ ਬਾਈ ਦਾ ਕਨਫਲਿਕਟਿੰਗ ਆਪਰੇਸ਼ਨ ਇਨ ਦਾ schedule the order in which the item is accessed does not violate the ordering. ਜਿਹੜੇ ਇਹਦੇ ਵਾਸਤੇ ਅਸੀਂ ਐਲਗੋਰਿਥਮ ਕੀ ਹੈ ਜਿਹੜਾ ਪ੍ਰੋਟੋਕੋਲ ਯੂਜ਼ ਕਰ ਰਹੇ ਹਾਂ ਟਾਈਮ ਸਟੈਂਪ ਐਲਗੋਰਿਥਮ ਆ, ਉਹ ਇਹ ਇਨਸ਼ੋਰਿਟੀ ਰੱਖਦਾ ਕਿ ਜਿਹੜੇ ਜਿੰਨੇ ਵੀ ਕਨਫਲਿਕਟਿੰਗ ਆਪਰੇਸ਼ਨਸ ਨੇ ਟ੍ਰਾਂਜੈਕਸ਼ਨਸ ਨੇ ਦੇ ਉਹ ਤਾਂ ਜਿਹੜੀ ਕਨਫਲਿਕਟਿੰਗ ਆਪਰੇਸ਼ਨਸ ਹੋ ਸਕਦੇ ਆ, ਠੀਕ ਆ, ਟ੍ਰਾਂਜੈਕਸ਼ਨਸ ਨੇ ਉਹਨਾਂ ਨੂੰ ਰੋਕਿਆ ਜਾਵੇ ਵਾਇਲੇਟ ਕਰਨ ਤੋਂ। ਜਿਹੜੀ ਉਹਦੀ ਆਰਡਰਿੰਗ ਆ, ਜਿਸ ਆਰਡਰਿੰਗ ਦੇ ਵਿੱਚ ਉਹ ਹੈਗੇ ਆ ਟ੍ਰਾਂਜੈਕਸ਼ਨ ਰੱਖੀਆਂ ਨੇ ਉਹਨਾਂ ਨੂੰ ਵਾਇਲੇਟ ਕਰਨ ਤੋਂ ਰੋਕਿਆ ਜਾਵੇ। ਟੂ ਇਨਸ਼ੋਰ ਦਿਸ ਯੂਜ਼ ਟੂ ਟਾਈਮ ਸਟੈਂਪ ਵੈਲਿਊਜ਼ ਰਿਲੇਟਿੰਗ ਟੂ ਈਚ ਡਾਟਾਬੇਸ ਆਈਟਮ। ਤਾਂ ਇਹਦੇ ਵਾਸਤੇ ਅਸੀਂ 2 ਟਾਈਮ ਸਟੈਂਪ ਵੈਲਿਊਜ਼ ਯੂਜ਼ ਕਰਦੇ ਹਾਂ। ਹਰੇਕ ਜਿਹੜੀ ਡਾਟਾ ਆਈਟਮ ਨਾਲ ਅਟੈਚ ਹੁੰਦੀ ਆ, ਡਾਟਾ ਆਈਟਮ ਆਪਣੇ ਕੋਲ ਕੋਈ ਵੀ ਹੋ ਸਕਦੀ, XY ਕੁਛ ਵੀ ਹੋ ਸਕਦਾ, ਉਹਦੇ ਨਾਲ 2 ਅਸੀਂ ਟਾਈਮ ਸਟੈਂਪ ਵੈਲਿਊਜ਼ ਐਡ ਕਰਦੇ ਹੁੰਦੇ ਹਾਂ। ਪਹਿਲੀ ਹੈਗੀ ਆ ਰੀਡ ਟ੍ਰਾਂਜੈਕਸ਼ਨ ਸਟੈਂਪ, ਦੂਜੀ ਹੈਗੀ ਆ
ਰਾਈਟ ਟ੍ਰਾਂਜੈਕਸ਼ਨ ਸਟੈਂਪ एक्स ਜਿਹੜਾ ਮਤਲਬ ਵੇਰੀਏਬਲ ਹੋਏਗਾ। ਤਾਂ ਰੀਡ ਟ੍ਰਾਂਜੈਕਸ਼ਨ ਜਿਹੜੀ ਹੈਗੀ ਆ ਸਟੈਂਪ ਹੈਗੀ ਆ ਉਹਦਾ ਕੰਮ ਕੀ ਆ, ਇਟ ਇਜ਼ ਦ ਲਾਰਜੈਸਟ ਟਾਈਮ ਸਟੈਂਪ ਆਫ ਐਨੀ ਟ੍ਰਾਂਜੈਕਸ਼ਨ ਡੈਟ ਐਗਜ਼ੀਕਿਊਟਡ ਰਾਈਟ ਐਕਸ ਸਕਸੈਸਫੁਲੀ। ਜੋ ਐਕਸ ਵੇਰੀਏਬਲ ਆ ਜੋ ਉਹਦੇ ਉੱਪਰ ਤੁਸੀਂ ਰਾਈਟ ਆਪਰੇਸ਼ਨ ਪਰਫੋਰਮ ਕਰਨਾ ਗਾ ਉਹਦੇ ਉੱਪਰ ਹੋਊਗਾ ਰਾਈਟ ਆਪਰੇਸ਼ਨ ਪਰਫੋਰਮ, ਜੋ ਉਹਦੇ ਵਾਸਤੇ ਜੋ ਟਾਈਮ ਸਟੈਂਪ ਮਿਲਿਆ ਹੈ ਲਾਰਜੈਸਟ ਟਾਈਮ ਸਟੈਂਪ ਉਹਨੂੰ ਕੀ ਬੋਲਦੇ ਹਾਂ ਅਸੀਂ, ਰਾਈਟ ਟਾਈਮ ਸਟੈਂਪ। ਅੱਗੇ ਰੀਡ ਇਟ ਇਜ਼ ਆਲਸੋ ਦ ਲਾਰਜੈਸਟ ਟਾਈਮ ਸਟੈਂਪ ਆਫ ਐਨੀ ਟ੍ਰਾਂਜੈਕਸ਼ਨ ਡੈਟ ਐਗਜ਼ੀਕਿਊਟਡ ਰੀਡ ਐਕਸ। ਜਿਹੜਾ ਰੀਡ ਆਪਰੇਸ਼ਨ ਆ ਜਿਹੜਾ ਪਰਫੋਰਮ ਹੋਣਾ ਐਕਸ ਵੇਰੀਏਬਲ ਦੇ ਉੱਪਰ ਉਹਨੂੰ ਮਤਲਬ ਪਰਫੋਰਮ ਕਰਨ ਦੇ ਵਿੱਚ ਕਰਨ ਦੇ ਲਈ ਜੋ ਟਾਈਮ ਸਟੈਂਪ ਮਿਲਿਆ ਹੈ ਡੈਟ ਇਜ਼ ਦਾ RTSX ਰੀਡ ਟਾਈਮ ਸਟੈਂਪ ਬੋਲਦੇ ਜੀ ਉਹਨੂੰ ਅਸੀਂ। ਅੱਗੇ ਹੈ ਜੀ ਬੇਸਿਕ ਟਾਈਮ ਸਟੈਂਪ ਆਰਡਰਿੰਗ ਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਕੀ ਹੁੰਦਾ ਕੀ ਆ ਆਰਡਰਿੰਗ ਪ੍ਰੋਟੋਕੋਲ ਦੇ ਵਿੱਚ ਐਵਰੀ ਜਿੰਨੀ ਵੀ ਟ੍ਰਾਂਜੈਕਸ਼ਨ ਹੁੰਦੀ ਆ ਕੋਈ ਵੀ ਟ੍ਰਾਂਜੈਕਸ਼ਨ ਜਿਹੜੀ ਹੁੰਦੀ ਆ ਡਾਟਾਬੇਸ ਦੇ ਵਿੱਚ ਇਜ਼ ਇਸ਼ੂਡ ਏ ਟਾਈਮ ਸਟੈਂਪ ਬੇਸਡ ਔਨ ਵਿਟ ਵੈਨ ਇਟ ਐਂਟਰ ਦਾ ਸਿਸਟਮ। ਬੇਸਿਕ ਇਹ ਦੱਸ ਰਹੇ ਹਾਂ ਕਿ ਬੇਸਿਕ ਟਾਈਮ ਸਟੈਂਪ ਆਰਡਰਿੰਗ ਹੁੰਦੀ ਕੀ ਆ, ਇਹ 'ਚ ਕੀ ਹੁੰਦਾ ਬਸ ਇਹਦੇ ਵਿੱਚ ਕੀ ਹੈ ਤੁਸੀਂ ਸਿੰਪਲੀ ਸਮਝ ਲਓ ਕਿ ਜਦੋਂ ਵੀ ਕੋਈ ਵੀ ਟ੍ਰਾਂਜੈਕਸ਼ਨ ਸਿਸਟਮ ਦੇ ਵਿੱਚ ਜਿਸ ਟਾਈਮ ਦੇ ਉੱਪਰ ਐਂਟਰ ਕਰਦੀ ਆ, ਲਾਈਕ ਕੋਈ ਟ੍ਰਾਂਜੈਕਸ਼ਨ ਆ 9:35 ਦੇ ਉੱਪਰ ਉਹ ਐਂਟਰ ਕਰ ਗਈ ਤਾਂ ਉਸ ਟਾਈਮ ਦਾ ਟਾਈਮ ਸਟੈਂਪ ਉਹਨੂੰ ਕੀ ਉਸ ਟਾਈਮ ਜਿਹੜਾ ਉਹ ਟਾਈਮ ਸਟੈਂਪ ਹੋਏਗਾ ਉਸੇ ਟਾਈਮ ਦੇ ਉੱਪਰ ਬੇਸਡ ਹੋਏਗਾ ਜਦੋਂ ਉਹ ਐਂਟਰ ਕਰਦੀ ਆ ਉਹਨੂੰ ਕੀ ਕੀਤਾ ਜਾਂਦਾ, ਇਸ਼ੂ ਕੀਤਾ ਜਾਂਦਾ ਆ ਕਿਹਨੂੰ, ਟ੍ਰਾਂਜੈਕਸ਼ਨ ਨੂੰ। ਸਪੋਜ਼ ਇਫ old transaction TI has timestamp TSTI, a new transaction TJ is assigned timestamp TSTJ। ਫੋਰ ਐਗਜ਼ਾਮਪਲ ਦੇਖਦੇ ਹਾਂ ਕੋਈ ਓਲਡ ਟ੍ਰਾਂਜੈਕਸ਼ਨ ਮੀਨਸ ਪੁਰਾਣੀ ਹੈ ਪਹਿਲਾਂ ਆਈ ਹੋਈ ਆ ਮੀਨਸ ਜਿਵੇਂ ਲਾਈਕ 9 ਦੇ ਉੱਪਰ ਆ ਰਹੀ ਹੈ 9 o'clock ਦੇ ਉੱਪਰ ਇੱਕ ਆ ਰਹੀ ਆ 9:30 ਦੇ ਉੱਪਰ ਜਿਹੜੀ 9 o'clock ਆ ਓਲਡ ਅਸੀਂ ਓਲਡਰ ਮੰਨਾਂਗੇ, ਜਿਹੜੀ 9:30 ਵਾਲੀ ਹੋ ਗਈ ਉਹਨੂੰ ਅਸੀਂ ਨਿਊ ਟ੍ਰਾਂਜੈਕਸ਼ਨ ਮੰਨਾਂਗੇ, ਨਿਊਅਰ ਮੰਨਾਂਗੇ ਠੀਕ ਹੈ। ਜਿਹੜੀ ਓਲਡ ਟ੍ਰਾਂਜੈਕਸ਼ਨ ਹੈ ਜਿਹੜੀ ਜਿਵੇਂ TI ਆ ਰਹੀ ਆ ਉਹਨੂੰ ਟਾਈਮ ਸਟੈਂਪ ਮੈਂ ਦਿੱਤਾ ਸੀਗਾ TSTI ਦਿੱਤਾ, ਐਂਡ ਨਿਊ ਟ੍ਰਾਂਜੈਕਸ਼ਨ ਜਿਹੜੀ TJ ਆਈ ਆ ਉਹਨੂੰ ਟਾਈਮ ਸਟੈਂਪ ਦਿੱਤਾ ਮੈਂ TSTJ ਦਿੱਤਾ। ਸੱਚ ਡੈਟ TSTI ਲੈਸ ਦੈਨ TSTJ। ਇਹਦਾ ਮਤਲਬ ਇਹ ਆ ਕਿ ਜਿਹੜੀ TSTI ਆ ਜਿਹੜੀ ਪਹਿਲਾਂ ਆਈ ਆ ਠੀਕ ਹੈ ਟ੍ਰਾਂਜੈਕਸ਼ਨ ਉਹਦਾ ਟਾਈਮ ਕੀ ਆ ਉਹਦੇ ਨਾਲੋਂ ਘੱਟ ਆ। ਦੇਖੋ 9 o'clock 9:30 ਨਾਲ ਤਾਂ ਘੱਟ ਹੀ ਆ ਮੀਨਸ ਲੈਸ ਹੋਊਗਾ ਟਾਈਮ ਸਟੈਂਪ ਮੀਨਸ ਉਹਦਾ ਘੱਟ ਹੋਏਗਾ। ਜਿਹੜੀ ਟ੍ਰਾਂਜੈਕਸ਼ਨ ਦਾ ਟਾਈਮ ਸਟੈਂਪ ਜਿਹੜਾ ਜੇ ਘੱਟ ਆ ਤਾਂ ਉਹ ਪਹਿਲਾਂ ਐਗਜ਼ੀਕਿਊਟ ਹੋਊਗੀ, ਜਿਹਦਾ ਟਾਈਮ ਸਟੈਂਪ ਜ਼ਿਆਦਾ ਗਾ ਦੂਜੀ ਟ੍ਰਾਂਜੈਕਸ਼ਨ ਦੇ ਕੰਪੈਰੀਜ਼ਨ ਤਾਂ ਉਹ ਟ੍ਰਾਂਜੈਕਸ਼ਨਸ ਬਾਅਦ ਦੇ ਵਿੱਚੋਂ ਐਗਜ਼ੀਕਿਊਟ ਹੋਊਗੀ ਉਹਦੇ ਕੰਪੈਰੀਜ਼ਨ। ਜਿਹਦਾ ਟਾਈਮ ਸਟੈਂਪ ਘੱਟ ਹੋਏਗਾ ਉਹ ਪਹਿਲਾਂ ਐਗਜ਼ੀਕਿਊਟ ਹੁੰਦੇ। ਤਾਂ ਇਹਦੇ 'ਚ TI ਤਾਂ ਪਹਿਲਾਂ ਆਈ ਹੈ ਇਸ ਕਰਕੇ ਟਾਈਮ ਸਟੈਂਪ ਉਹਦਾ ਘੱਟ ਆ ਤਾਂ TI ਪਹਿਲਾਂ ਐਗਜ਼ੀਕਿਊਟ ਹੋਏਗਾ। ਦਾ ਪ੍ਰੋਟੋਕੋਲ ਮੈਨੇਜਸ ਕੰਕਰੰਟ ਐਗਜ਼ੀਕਿਊਸ਼ਨ ਸੱਚ ਐਜ਼ ਦਾ ਟਾਈਮ ਸਟੈਂਪ ਡਿਟਰਮਾਈਨ ਦਾ ਸੀਰੀਅਲਾਈਜ਼ੇਬਿਲਿਟੀ ਆਰਡਰ। ਦਾ ਟਾਈਮ ਸਟੈਂਪ ਆਰਡਰਿੰਗ ਪ੍ਰੋਟੋਕੋਲ ਜਿਹੜਾ ਟਾਈਮ ਸਟੈਂਪ ਆਰਡਰਿੰਗ ਪ੍ਰੋਟੋਕੋਲ ਆ ਇਨਸ਼ੋਰ ਡੈਟ ਐਨੀ ਕਨਫਲਿਕਟਿੰਗ ਰੀਡ ਐਂਡ ਰਾਈਟ ਆਪਰੇਸ਼ਨਸ ਆਰ ਐਗਜ਼ੀਕਿਊਟਡ ਇਨ ਟਾਈਮ ਸਟੈਂਪ ਆਰਡਰ। ਟਾਈਮ ਸਟੈਂਪ ਆਰਡਰਿੰਗ ਪ੍ਰੋਟੋਕੋਲ ਦਾ ਮਤਲਬ ਇੰਸ਼ੋਰਿਟੀ ਇਸ ਚੀਜ਼ ਦੀ ਦਿੰਦਾ ਗਾ ਕਿ ਜਿੰਨੇ ਵੀ ਕਨਫਲਿਕਟਿੰਗ ਰੀਡ ਰਾਈਟ ਆਪਰੇਸ਼ਨਸ ਜਿਹੜੇ ਹੈਗੇ ਆ ਉਹਨਾਂ ਨੂੰ ਕਨਫਲਿਕਟਿੰਗ ਹੋਣ ਤੋਂ ਰੋਕਿਆ ਜਾਵੇ ਅਤੇ ਉਹਨਾਂ ਨੂੰ ਵੀ ਕਿਸੇ ਇੱਕ ਪਰਟੀਕੂਲਰ ਆਰਡਰ ਦੇ ਵਿੱਚ ਐਗਜ਼ੀਕਿਊਟ ਕਰਵਾਇਆ ਜਾ ਸਕੇ ਤਾਂ ਜੋ ਉਹ ਕਨਫਲਿਕਟ ਨਾ ਕਰ ਸਕਣ ਆਪਸ ਦੇ ਵਿੱਚ ਇੰਟਰਫੇਅਰ ਨਾ ਕਰ ਸਕਣ। ਵੈਨ ਏਵਰ ਸਮ ਟ੍ਰਾਂਜੈਕਸ਼ਨ T tries to issue R item X or a write item X ਦਾ ਬੇਸਿਕ TO ਐਲਗੋਰਿਥਮ ਕੰਪੇਅਰ ਦਾ ਟਾਈਮ ਸਟੈਂਪ ਆਫ T ਵਿਦ RTS ਐਂਡ WTS। ਜਿਵੇਂ ਫੋਰ ਐਗਜ਼ਾਮਪਲ ਕੋਈ ਆਪਾਂ ਨੇ ਐਕਸ ਵੇਰੀਏਬਲ ਉਹਦੇ ਉੱਪਰ ਰੀਡ ਆਪਰੇਸ਼ਨ ਅਤੇ ਰਾਈਟ ਆਪਰੇਸ਼ਨ ਪਰਫੋਰਮ ਕਰਨਾ, ਜਿਹੜਾ T ਆ ਟਾਈਮ ਸਟੈਂਪ ਜਿਹੜਾ ਐਲਗੋਰਿਥਮ ਆ TO ਐਲਗੋਰਿਥਮ ਆ ਠੀਕ ਹੈ ਟਾਈਮ ਆਰਡਰਿੰਗ TO ਮੀਨਸ ਟਾਈਮ ਆਰਡਰਿੰਗ ਜਿਹੜਾ ਐਲਗੋਰਿਥਮ ਆ ਉਹਦਾ ਕੰਮ ਕੀ ਕੰਪੇਅਰ ਕਰੂਗਾ ਕਿ ਜਿਹੜਾ ਅਸੀਂ ਰੀਡ ਜਿਹੜੀ ਕਰਨੀ ਸੀ ਆਈਟਮ ਉਹਨੂੰ ਜਿਹੜਾ ਟਾਈਮ ਸਟੈਂਪ ਮਿਲਿਆ ਸੀ ਜਿਹਦਾ ਨਾਮ ਕੀ ਆ RTS ਆ X ਅਤੇ ਜਿਹੜਾ ਰਾਈਟ ਕਰਨ ਵਾਸਤੇ ਆਈਟਮ ਨੂੰ ਰਾਈਟ ਕਰਨ ਵਾਸਤੇ ਸੀਗਾ ਠੀਕ ਹੈ ਉਹਨੂੰ ਜਿਹੜਾ ਟਾਈਮ ਸਟੈਂਪ ਮਿਲੇਗਾ WTS ਉਹਨੂੰ ਕੰਪੈਰੀਜ਼ਨ ਕਰੇਗਾ ਕਿ ਕਿਹੜਾ ਛੋਟਾ ਗਾ, ਜਿਹੜਾ ਛੋਟਾ ਹੋਏਗਾ ਉਹ ਪਹਿਲਾਂ ਪਰਫੋਰਮ ਹੋਏਗਾ ਟੂ ਇਨਸ਼ੋਰ ਡੈਟ ਦਾ ਟਾਈਮ ਸਟੈਂਪ ਆਰਡਰ ਇਜ਼ ਨਾਟ ਵਾਇਲੇਟਡ। ਦੇ ਇੰਸ਼ੋਰਿਟੀ ਤਾਂ ਜੋ ਮਤਲਬ ਇੰਸ਼ੋਰਿਟੀ ਦੇ ਸਕੇ ਕਿ ਉਹ ਆਪਸ 'ਚ ਵਾਇਲੇਟ ਨਹੀਂ ਕਰਨਗੇ ਇੰਟਰਫੇਅਰ ਨਹੀਂ ਕਰਨਗੇ। ਦਿਸ ਡਿਸਕ੍ਰਾਈਬ ਦਾ ਬੇਸਿਕ TO ਪ੍ਰੋਟੋਕੋਲ ਇਨ ਦਾ ਫੋਲੋਇੰਗ 2 ਕੇਸਿਸ। ਜਿਹੜਾ ਟਾਈਮ ਆਰਡਰਿੰਗ ਪ੍ਰੋਟੋਕੋਲ ਆ ਉਹਦਾ ਮਤਲਬ ਇਹ 2 ਕੇਸਿਸ ਦੇ ਵਿੱਚ ਪਰਫੋਰਮ ਹੁੰਦਾ। ਉਹ ਪਹਿਲਾ ਹੈਗਾ ਵੈਨ ਏਵਰ ਏ ਟ੍ਰਾਂਜੈਕਸ਼ਨ T ਇਸ਼ੂ ਏ W ਆਈਟਮ X ਆਪਰੇਸ਼ਨ ਚੈੱਕ ਦਾ ਫੋਲੋਇੰਗ ਕੰਡੀਸ਼ਨ। 2 ਕੰਡੀਸ਼ਨਾਂ ਚੈੱਕ ਕਰਾਂਗੇ ਆਪਾਂ। ਪਹਿਲੀ ਹੈਗੀ ਜਿਹੜੀ ਰੀਡ ਟ੍ਰਾਂਜੈਕਸ਼ਨ ਦਿੱਤਾ ਅਸੀਂ ਜਿਹੜਾ ਰੀਡ ਟਾਈਮ ਸਟੈਂਪ ਦਿੱਤਾ ਗਿਆ X ਨੂੰ ਕੀ ਉਹ ਗ੍ਰੇਟਰ ਆ ਕਿਹਦੇ ਨਾਲੋਂ ਟਾਈਮ ਸਟੈਂਪ T ਨਾਲੋਂ ਜਿਹੜਾ ਸਿੰਪਲ ਆ ਟਾਈਮ ਸਟੈਂਪ। ਔਰ ਇਫ ਜਿਹੜਾ ਰਾਈਟ ਟ੍ਰਾਂਜੈਕਸ਼ਨ ਟਾਈਮ ਸਟੈਂਪ ਇਸ਼ੂ ਕਰਵਾਏਗਾ ਕੀ ਉਹ ਗ੍ਰੇਟਰ ਆ
ਕਿਹਦੇ ਨਾਲੋਂ ਟਾਈਮ ਸਟੈਂਪ ਟੀ ਨਾਲੋਂ। ਜੇ ਦੋਨੋਂ ਕੰਡੀਸ਼ਨਾਂ ਹੈਗੀਆਂ ਟਰੂ ਨੇ, ਦੋਨੋਂ ਕੰਡੀਸ਼ਨਾਂ ਔਰ ਦੇ ਵਿੱਚ ਔਰ ਜੇ ਇਹ 'ਚੋਂ ਇੱਕ ਵੀ ਕੰਡੀਸ਼ਨ ਟਰੂ ਆ ਮਤਲਬ ਜਿਹੜਾ ਟਾਈਮ ਸਟੈਂਪ ਆ ਉਹਦੀ ਵੈਲਿਊ ਵੀ ਟ੍ਰਾਂਜੈਕਸ਼ਨ ਜਿਹੜੀ ਟਾਈਮ ਸਟੈਂਪ ਟੀ ਨਾਲੋਂ। ਟਾਈਮ ਸਟੈਂਪ ਟੀ ਇੱਥੇ ਕੀ ਆ, ਹੁਣ ਤੁਸੀਂ ਕਨਫਿਊਜ਼ ਹੋਗੇ ਰੀ ਟਾਈਮ ਸਟੈਂਪ ਤੇ ਕੀ ਆ ਅਤੇ TST ਕੀ ਆ। ਟਾਈਮ ਸਟੈਂਪ ਟੀ ਸਿੰਪਲ ਆ ਜਦੋਂ ਮਤਲਬ ਕਿ ਟ੍ਰਾਂਜੈਕਸ਼ਨ ਐਂਟਰ ਕਰਦੀ ਹੈ ਜਿਸ ਟਾਈਮ ਦੇ ਉੱਪਰ ਸਿਸਟਮ ਦੇ ਵਿੱਚ ਸਿੰਪਲ ਐਂਟਰ ਕਰ ਰਹੀ ਆ, ਉਹ ਜਿਹੜਾ ਟਾਈਮ ਸਟੈਂਪ ਹੁੰਦਾ ਉਹ ਸਿੰਪਲ ਹੁੰਦਾ ਜਿਹਨੂੰ ਅਸੀਂ TS ਨਾਲ ਡਿਨੋਟ ਕਰਦੇ ਹਾਂ। ਜਦੋਂ ਉਹ ਟ੍ਰਾਂਜੈਕਸ਼ਨ ਐਂਟਰ ਕਰ ਗਈ ਸਿਸਟਮ ਦੇ ਵਿੱਚ ਬਾਅਦ ਦੇ ਵਿੱਚ ਜਿਹੜੇ ਆਪਰੇਸ਼ਨ ਪਰਫੋਰਮ ਕਰਦੀ ਜਿਵੇਂ ਰੀਡ ਕਰਾਉਂਦੀ ਆ ਰਾਈਟ ਕਰਾਉਂਦੀ ਆ, ਉਸ ਟਾਈਮ ਜੋ ਪਰਟੀਕੂਲਰ ਟਾਈਮ ਸਟੈਪ ਦਿੱਤੇ ਜਾਂਦੇ ਉਹਨਾਂ ਦੇ ਅੱਗੇ ਜਾਂ ਤਾਂ R ਲੱਗਿਆ ਹੋਊਗਾ ਜਾਂ ਫਿਰ ਰੀਡ ਲੱਗਿਆ ਹੋਊਗਾ। ਹੁਣ ਜਦੋਂ ਇਹਨੇ ਰੀਡ ਕਰਾਉਣਾ ਗਾ, ਜਿਹਦਾ ਰੀਡ ਦੀ ਵੈਲਿਊ ਜਿਹੜੀ ਰੀਡ ਆ ਉਹਦੀ ਵੈਲਿਊ ਗ੍ਰੇਟਰ ਦੈਨ ਆ ਟਾਈਮ ਸਟੈਂਪ ਨਾਲੋਂ, ਮੀਨਸ ਬਾਅਦ ਦੇ ਵਿੱਚ ਰੀਡ ਕਰ ਰਹੀ ਆ। ਉੱਧਰ ਕੀ ਆ ਰਾਈਟ ਦੀ ਵੈਲਿਊ ਵੀ ਗ੍ਰੇਟਰ ਦੈਨ ਆ, ਮੀਨਸ ਬਾਅਦ 'ਚ ਦੋਨੋਂ ਇਕੱਠੀਆਂ ਕਰਵਾ ਰਹੀਆਂ ਨੇ, ਮੀਨਸ ਠੀਕ ਹੈ ਟਾਈਮ ਸਟੈਂਪ ਤੋਂ ਦੋਨੋਂ ਮਤਲਬ ਵੱਡੀਆਂ ਹੋ ਗਈਆਂ, ਮੀਨਸ ਗ੍ਰੇਟਰ ਹੋ ਗਈਆਂ, ਮਤਲਬ ਇਕੱਠੀਆਂ ਪਰਫੋਰਮ ਤਾਂ ਹੋ ਨਹੀਂ ਸਕਦੀਆਂ ਹੈਗੀਆਂ। ਤਾਂ ਉੱਥੇ ਕੀ ਕਰਾਂਗੇ ਅਸੀਂ ਅਬੋਰਟ ਕਰਾ ਦਾਂਗੇ, ਰੋਲ ਬੈਕ ਕਰ ਦਾਂਗੇ ਟ੍ਰਾਂਜੈਕਸ਼ਨ ਨੂੰ ਐਂਡ ਰਿਜੈਕਟ ਦਾ ਆਪਰੇਸ਼ਨ ਨੂੰ ਰਿਜੈਕਟ ਕਰ ਦਾਂਗੇ। ਕੋਈ ਆਪਰੇਸ਼ਨ ਪਰਫੋਰਮ ਨਹੀਂ ਹੋ, ਨਾ ਹੀ ਰੀਡ ਨਾ ਹੀ ਰਾਈਟ। ਜਾਂ ਫਿਰ ਐਗਜ਼ੀਕਿਊਟ W ਆਈਟਮ ਆਪਰੇਸ਼ਨ ਆਫ T ਐਂਡ ਸੈਟ WTS ਟੂ ਦਾ TST। ਜੇ ਇਹਨਾਂ ਵਿੱਚੋਂ ਕੰਡੀਸ਼ਨ ਇੱਕ ਵੀ ਫਾਲਸ ਹੁੰਦੀ, ਠੀਕ ਆ, ਜਿਵੇਂ ਇਹ ਆਹ ਵਾਲੀ WTS ਗ੍ਰੇਟਰ ਹੁੰਦੀ ਜਾਂ ਰਾਈਟ ਜਿਹੜੀ ਸੀਗੀ ਉਹ ਲੈਸ ਦੈਨ ਹੁੰਦੀ, ਇੱਕ ਵੀ ਫਾਲਸ ਇੱਕ ਟਰੂ ਹੁੰਦੀ, ਤਾਂ ਜਿਹੜੀ ਟਰੂ ਹੁੰਦੀ ਵੈਲਿਊ ਹੋਣੀ ਸੀਗੀ ਉਹ ਕੀ ਅਸੀਂ ਉਹ ਟ੍ਰਾਂਜੈਕਸ਼ਨ ਐਗਜ਼ੀਕਿਊਟ ਕਰਵਾ ਸਕਦੇ ਸੀ। ਜਿਵੇਂ W ਆਈਟਮ ਵਾਲੀ ਸੀਗੀ W ਰਾਈਟ ਵਾਲੀ, ਤਾਂ ਉਹਨੂੰ ਕੀ ਕਰ ਲੈਂਦੇ ਆਪਰੇਸ਼ਨ ਨੂੰ ਪਰਫੋਰਮ ਕਰਾਉਂਦੇ, ਸੈੱਟ ਕਰ ਦਿੰਦੇ WTS ਨੂੰ TST ਦੇ ਵਿੱਚ ਸੈੱਟ ਕਰ ਦਿੰਦੇ। ਠੀਕ ਹੈ ਜੀ। ਵੈਨ ਏਵਰ ਟ੍ਰਾਂਜੈਕਸ਼ਨ T ਇਸ਼ੂ ਏ ਰੀਡ ਆਈਟਮ, ਜੇ ਇੱਥੇ ਦੇਖੋ ਜੇ ਰਾਈਟ ਆਈਟਮ ਉਹ ਕਰੂਗਾ ਇਸ਼ੂ ਕਰਦਾ ਗਾ ਤਾਂ ਉਹ ਚੈੱਕ ਕਰਨਾ। ਜੇ ਰੀਡ ਆਈਟਮ ਮੀਨਸ ਰੀਡ ਕਰਵਾਉਣਾ ਚਾਹੁੰਦੀ ਹੈ ਟ੍ਰਾਂਜੈਕਸ਼ਨਸ, ਉਦੋਂ ਦੋ ਕੰਡੀਸ਼ਨਾਂ ਚੈੱਕ ਕਰੇਗਾ ਉਹ। ਪਹਿਲਾ ਹੈ ਕਿ ਜੇ ਤਾਂ ਉੱਧਰੋਂ ਰੀਡ ਕਰਵਾਉਣਾ ਚਾਹੁੰਦੀ ਹੈ ਬਟ W ਵੀ ਮਿਲੀ ਹੋਈ ਆ, ਮਤਲਬ ਰਾਈਟ ਵੀ ਹੋ ਰਹੀ ਆ, ਹੋਰ ਰਾਈਟ ਟਾਈਮ ਸਟੈਂਪ ਨੂੰ ਮਿਲਿਆ ਹੋਇਆ। ਜੇ ਰਾਈਟ ਟਾਈਮ ਸਟੈਂਪ ਮਤਲਬ ਕਿ ਗ੍ਰੇਟਰ ਆ ਟਾਈਮ ਸਟੈਂਪ T ਨਾਲੋਂ ਦੈਨ ਅਬੋਰਟ ਕਰਾ ਦਿਓ, ਮਤਲਬ ਇਹ ਰਾਈਟ ਹੋ ਰਿਹਾ ਗਾ, ਮੀਨਸ ਜੇ ਤਾਂ ਰਾਈਟਿੰਗ ਹੋ ਰਹੀ ਹੈ ਰੀਡਿੰਗ ਤੁਸੀਂ ਕਿਵੇਂ ਕਰ ਲਓਗੇ, ਰੀਡ ਤਾਂ ਤੁਸੀਂ ਗਲਤ ਡਰਟੀ ਰੀਡ ਕਰ ਲਓਗੇ। ਜੇ ਤਾਂ ਰਾਈਟਿੰਗ ਹੋ ਰਹੀ ਹੈ, ਜਿੰਨਾ ਟਾਈਮ ਰਾਈਟਿੰਗ ਕੰਪਲੀਟ ਨਹੀਂ ਹੁੰਦੀ ਰੀਡ ਕਿਵੇਂ ਕਰਾਂਗੇ ਆਪਾਂ। ਐਂਡ ਰਿਜੈਕਟ ਦਾ ਆਪਰੇਸ਼ਨ ਐਲਸ ਜੇ, ਹਾਂ ਜੇ ਦੂਜੀ ਕੰਡੀਸ਼ਨ ਕੀ ਜੇ ਰਾਈਟ ਟ੍ਰਾਂਜੈਕਸ਼ਨ X ਜਿਹੜੀ ਹੈਗੀ ਹੈ ਲੈਸ ਦੈਨ ਆ ਜਾਂ ਇਕੁਅਲ ਟੂ ਅ ਟਾਈਮ ਸਟੈਂਪ T ਨਾਲੋਂ, ਮੀਨਸ ਕੀ ਆ ਉਹ ਹਜੇ ਰਾਈਟਿੰਗ ਨਹੀਂ ਕਰ ਰਹੀ ਹੈਗੀ, ਦੈਨ ਐਗਜ਼ੀਕਿਊਟ ਦਾ। ਫਿਰ ਅਸੀਂ ਜਿਹੜੀ ਰੀਡ ਕਰਵਾਉਣੀ ਆਈਟਮ ਉਹ ਹਾਂ ਰੀਡ ਕਰਵਾ ਸਕਦੇ ਹਾਂ, ਟਾਈਮ ਸਟੈਂਪ ਉਹ ਚੱਲੇਗਾ, ਆਪਰੇਸ਼ਨ ਹੋਊਗਾ ਪਰਫੋਰਮ, ਜਿਹੜਾ ਕਿ ਰੀਡ ਆਈਟਮ ਆਪਰੇਸ਼ਨ ਨਾਲ ਪਰਫੋਰਮ ਹੋਊਗਾ T ਦੇ ਉੱਪਰ ਸੈੱਟ ਕੀ ਕਰ ਦਾਂਗੇ ਰੀਡ ਟਾਈਮ ਸਟੈਂਪ ਨੂੰ ਸੈੱਟ ਕਰ ਦਾਂਗੇ ਕਾਹਦੇ ਵਿੱਚ ਟੂ ਦਾ ਲਾਰਜਰ ਆਫ ਦਾ ਟਾਈਮ ਸਟੈਂਪ T ਨਾਲੋਂ ਮੀਨਸ ਗ੍ਰੇਟਰ ਦਿਖਾ ਦਾਂਗੇ ਐਂਡ ਕਰੰਟ RTS X ਕਰ ਦਾਂਗੇ, ਮੀਨਸ ਇੱਥੇ ਐਗਜ਼ੀਕਿਊਟ ਹੋ ਜਾਏਗੀ। ਸੋ ਸਟੂਡੈਂਟਸ ਜਿਹੜੇ ਨੈਕਸਟ ਜਿਹੜੇ ਦੇ ਨਾਲ ਦੇ ਰਿਲੇਟਡ ਹੈਗੇ ਟੋਪਿਕਸ ਉਹ ਨੈਕਸਟ ਵੀਡੀਓ ਵਿੱਚ ਕਰਦੇ ਹਾਂ, ਕਿਉਂਕਿ ਵੀਡੀਓ ਵੱਡੀ ਹੋ ਜਾਂਦੀ ਹੈ ਤਾਂ ਮਤਲਬ ਅਪਲੋਡ ਨਹੀਂ ਹੁੰਦੀ ਹੈਗੀ। ਨੈਕਸਟ ਵੀਡੀਓ ਵਿੱਚ ਹੁਣੀ ਇਸੇ ਟਾਈਮ ਕਰਾਂਗੇ। ਓਕੇ।